ਆਪਣੇ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ RESP ਦੇ ਵਿੱਚੋਂ ਵਿਡਰਾਅਲ ਦਾ ਫੰਡਾ ਕਿ RESP ਦੇ ਵਿੱਚੋਂ ਕੌਣ ਵਿਡਰਾਅ ਕਰਾ ਸਕਦਾ ਹੈ, RESP ਦੇ ਵਿੱਚ ਕਿੰਨੀ ਰਕਮ ਵਿਡਰਾਅ ਕੀਤੀ ਜਾ ਸਕਦੀ ਹੈ ਤੇ ਕਿਹਨੂੰ ਇਸ ਵਿਡਰਾਅਲ ਦਾ ਬੈਨੀਫਿਟ ਹੋ ਸਕਦਾ ਹੈ। RESP ਦੇ ਵਿੱਚ ਰਕਮ ਜਮ੍ਹਾਂ ਕਰਵਾਉਣ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਇਹ ਸਮਝਣਾ ਕਿ RESP ਦੇ ਵਿੱਚੋਂ ਵਿਡਰਾਅਲ ਕਿਵੇਂ ਲਿਆ ਜਾਂਦਾ ਹੈ। ਜਿਵੇਂ ਕਿ ਅਸੀਂ RESP ਦੇ ਵਿੱਚ ਕੰਟਰੀਬਿਊਸ਼ਨ ਤਾਂ ਆਫਟਰ ਟੈਕਸ ਡਾਲਰ ਪੇਮੈਂਟ ਵਿੱਚੋਂ ਕਰਦੇ ਹਾਂ ਤੇ ਇਸ ਦੇ ਉੱਤੇ ਹੋਈ ਗਰੋਥ ਵੀ ਟੈਕਸ ਡਿਫਰਡ ਹੁੰਦੀ ਹੈ, ਪਰ ਜਦੋਂ ਸਮਾਂ ਆਉਂਦਾ ਹੈ RESP ਦੇ ਵਿੱਚੋਂ ਰਕਮ ਕਢਵਾਉਣ ਦਾ ਤਾਂ ਫਿਰ ਉਸ ਸਮੇਂ ਕੁਝ ਰੂਲਸ ਅਪਲਾਈ ਹੁੰਦੇ ਨੇ ਟੈਕਸੇਸ਼ਨ ਦੇ। ਹੁਣ ਇਸ ਵਿਡਰਾਅਲ ਦੇ ਉੱਤੇ ਟੈਕਸ ਲੱਗ ਸਕਦਾ ਹੈ ਤੇ ਇਸ ਟੈਕਸ ਨੂੰ ਬਚਾਇਆ ਵੀ ਜਾ ਸਕਦਾ ਹੈ। ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ RESP ਦੇ ਵਿਡਰਾਅਲ ਦੇ ਉੱਤੇ ਕਿਹੋ ਜਿਹੇ ਫੰਡੇ ਜਾਂ ਕਿਹੋ ਜਿਹੇ ਰੂਲਸ ਅਪਲਾਈ ਹੁੰਦੇ ਨੇ। ਜਦੋਂ RESP ਦੇ ਵਿੱਚੋਂ ਵਿਡਰਾਅਲ ਦਾ ਸਮਾਂ ਆਉਂਦਾ ਹੈ ਤੇ ਇਸ ਵਿੱਚੋਂ 3 ਤਰ੍ਹਾਂ ਦੀਆਂ ਪੇਮੈਂਟਸ ਨੂੰ ਵਿਡਰਾਅ ਕੀਤਾ ਜਾ ਸਕਦਾ ਹੈ, ਜਿਹੜੀ ਕਿ ਸਭ ਤੋਂ ਪਹਿਲਾਂ ਹੈ ਰਿਫੰਡ ਆਫ ਕੰਟਰੀਬਿਊਸ਼ਨ, ਯਾਨੀ ਕਿ ਉਹ ਰਕਮ ਜਿਹੜੀ ਤੁਸੀਂ ਆਪਣੇ ਆਫਟਰ ਟੈਕਸ ਡਾਲਰ ਤੋਂ ਡਿਪੋਜ਼ਿਟ ਕਰਵਾਈ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆਉਂਦਾ ਹੈ EAP, ਯਾਨੀ ਕਿ ਐਜੂਕੇਸ਼ਨ ਅਸਿਸਟੈਂਸ ਪੇਮੈਂਟਸ, ਯਾਨੀ ਕਿ ਤੁਹਾਡੀ ਕੰਟਰੀਬਿਊਸ਼ਨ ਤੇ ਗਵਰਨਮੈਂਟ ਵੱਲੋਂ ਮਿਲੀਆਂ ਹੋਈਆਂ ਗ੍ਰਾਂਟਸ ਤੇ ਬੌਂਡਸ ਮਿਲ ਕੇ ਤੇ ਪਲੱਸ ਉਹਦੀ ਗਰੋਥ ਜਿਹੜੀ ਪੇਮੈਂਟ ਬਣਦੀ ਹੈ ਉਸ ਨੂੰ EAP ਕਹਿੰਦੇ ਹਾਂ। ਔਰ ਲਾਸਟ ਵਿੱਚ ਬਚਦੀ ਹੈ AIP, ਯਾਨੀ ਕਿ ਰਿਫੰਡ ਆਫ ਕੰਟਰੀਬਿਊਸ਼ਨ ਲੈਣ ਤੋਂ ਬਾਅਦ EAP ਖਤਮ ਕਰਨ ਤੋਂ ਬਾਅਦ ਅਗਰ ਕੋਈ ਰਕਮ ਬਚਦੀ ਹੈ ਤਾਂ ਉਸ ਨੂੰ AIP ਯਾਨੀ ਕਿ ਐਕਿਊਮੂਲੇਟਿਡ ਇਨਕਮ ਪੇਮੈਂਟਸ ਕਹਿੰਦੇ ਨੇ। ਹੁਣ ਇਸ AIP ਨੂੰ RESP ਦੇ ਵਿੱਚ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਜੁੜੀ ਹੁੰਦੀ ਹੈ ਟੈਕਸ ਦੀ ਇੰਪਲੀਕੇਸ਼ਨ। ਹੁਣ AIP ਯਾਨੀ ਕਿ ਐਕਿਊਮੂਲੇਟਿਡ ਇਨਕਮ ਪੇਮੈਂਟਸ ਕੀ ਹੁੰਦੀਆਂ ਨੇ, AIP ਦੇ ਉੱਤੇ ਕਿੰਨਾ ਤੇ ਕਿਵੇਂ ਟੈਕਸ ਲੱਗਦਾ ਹੈ ਜਾਂ ਪੈਨਲਟੀ ਲੱਗਦੀ ਹੈ, ਤੇ ਕੀ ਇਸ AIP ਤੇ ਲੱਗਣ ਵਾਲੇ ਟੈਕਸ ਤੋਂ ਬਚਿਆ ਜਾ ਸਕਦਾ ਹੈ, ਤੇ ਕੀ ਇਸ AIP ਨੂੰ ਜਾਣਨਾ ਇੰਨਾ ਜ਼ਰੂਰੀ ਹੈ ਕਿ RESP ਦੇ ਵਿੱਚ ਅਗਰ ਅਸੀਂ AIP ਦੇ ਬਾਰੇ ਖਿਆਲ ਨਹੀਂ ਰੱਖਦੇ ਤਾਂ ਸਾਡਾ AIP ਦਾ ਪੈਨਲਟੀ ਜਾਂ ਟੈਕਸ ਦਾ ਲਾਇਬਿਲਿਟੀ ਜਿਹੜੀ ਹੈਗੀ ਆ ਉਹ ਸਾਡੀ RESP ਦੇ ਬੈਨੀਫਿਟਸ ਨੂੰ ਵੀ ਖਤਮ ਕਰ ਸਕਦੀ ਹੈ। ਉਹ ਕਿਵੇਂ ਅਸੀਂ ਜਾਣਾਂਗੇ ਇਸ ਐਪੀਸੋਡ ਦੇ ਵਿੱਚ। ਐਵਰੀ ਮੰਡੇ ਸਿੰਘ ਦੇ ਫੰਡੇ ਦੇ ਉੱਤੇ ਤੇ ਕਹਿੰਦੇ ਨੇ ਨਾ ਕਿ ਜਾਣਕਾਰੀ ਵੰਡਣ ਦੇ ਨਾਲ ਵੱਧਦੀ ਹੈ, ਤੇ ਜੇਕਰ ਤੁਸੀਂ ਸਾਥ ਦਿਓ ਸਾਡਾ ਇਸ ਜਾਣਕਾਰੀ ਨੂੰ ਹਰ ਉਸ ਪੇਰੈਂਟ ਤੱਕ ਪਹੁੰਚਾਉਣ ਦੀ ਜਿਹੜਾ ਕਿ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਜੋੜਨਾ ਚਾਹੁੰਦਾ ਹੈ ਕੁਝ ਰਕਮ ਤਾਂ ਕਿ ਉਹ ਆਪਣੇ ਮਨਪਸੰਦ ਕੈਰੀਅਰ ਨੂੰ ਚੁਣ ਸਕਣ, ਤਾਂ ਸਾਡੇ ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਸਾਡਾ ਇਹ ਸੁਨੇਹਾ ਹਰ ਉਸ ਪੇਰੈਂਟਸ ਨੂੰ ਮਿਲ ਜਾਏ ਜਿਹੜਾ ਕਿ ਇਸ ਵੇਲੇ RESP ਲੈਣ ਦੇ ਬਾਰੇ ਸੋਚ ਰਿਹਾ ਹੈ ਜਾਂ ਫਿਰ ਉਹ ਇਸ ਸਟੇਜ ਤੇ ਹੈ ਜਦੋਂ ਉਹ RESP ਚੋਂ ਵਿਡਰਾਅ ਕਰਵਾਉਣ ਜਾ ਰਿਹਾ ਹੈ। ਹੁਣ ਇਸ AIP ਯਾਨੀ ਕਿ ਐਕਿਊਮੂਲੇਟਿਡ ਇਨਕਮ ਪੇਮੈਂਟ ਨੂੰ ਸਮਝਣ ਲਈ ਅਸੀਂ ਸਾਰਾ ਲੈਣੇ ਇੱਕ ਐਗਜ਼ਾਮਪਲ ਦਾ। ਮੰਨ ਲਵੋ ਕਿ ਬੈਨੀਫਿਸ਼ਰੀ ਨੇ ਕਿਸੇ ਪੋਸਟ ਸੈਕੰਡਰੀ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲਈ ਹੈ, ਯਾਨੀ ਕਿ ਉਸਨੇ ਕੋਈ ਕੁਆਲੀਫਾਈਡ ਐਜੂਕੇਸ਼ਨ ਪ੍ਰੋਗਰਾਮ ਜੁਆਇਨ ਕੀਤਾ ਹੈ ਤਾਂ ਹੁਣ ਟਾਈਮ ਹੈ ਇਸ RESP ਦੇ ਵਿੱਚੋਂ ਰਕਮ ਕਢਵਾਉਣ ਦਾ। ਹੁਣ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੁਆਲੀਫਾਈਡ ਐਜੂਕੇਸ਼ਨ ਪ੍ਰੋਗਰਾਮ ਉਹ ਪ੍ਰੋਗਰਾਮ ਹੁੰਦਾ ਜਿਹੜਾ ਪਹਿਲੇ ਘੱਟ ਤੋਂ ਘੱਟ 13 ਹਫ਼ਤਿਆਂ ਤੱਕ ਲਗਾਤਾਰ ਚੱਲਦਾ ਹੈ ਤੇ ਇਸ ਦੇ ਵਿੱਚ ਮਿਲਣ ਵਾਲੀ ਪਹਿਲੀ ਕਿਸ਼ਤ $5000 ਦੀ ਹੁੰਦੀ ਹੈ। ਤੇ ਹੁਣ ਬੜਾ ਇੰਪੋਰਟੈਂਟ ਸਵਾਲ ਇਹ ਉੱਠਦਾ ਹੈ ਕਿ ਇਹ $5000 ਕਿਸ ਵਿੱਚੋਂ ਕਢਵਾਇਆ ਜਾਵੇ, ਸਾਡੀ ਆਪਣੀ ਕੰਟਰੀਬਿਊਸ਼ਨ ਜਿਹੜੀ ਕਿ ਆਫਟਰ ਟੈਕਸ ਡਾਲਰ ਦੇ ਵਿੱਚੋਂ ਸੀ, ਜਾਂ ਫਿਰ ਗਵਰਨਮੈਂਟਸ ਵੱਲੋਂ ਮਿਲੀਆਂ ਗ੍ਰਾਂਟਸ ਤੇ ਬੌਂਡਸ ਵਿੱਚੋਂ, ਜਾਂ ਫਿਰ ਸਾਡੀ ਕੰਟਰੀਬਿਊਸ਼ਨ ਤੇ ਗਵਰਨਮੈਂਟ ਵੱਲੋਂ ਗ੍ਰਾਂਟਸ ਦੇ ਉੱਤੇ ਹੋਈ ਗਰੋਥ ਵਿੱਚੋਂ। ਜਿਵੇਂ ਕਿ ਅਸੀਂ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ ਰਿਟਰਨ ਆਫ ਪੇਮੈਂਟਸ ਹੈਗੀਆਂ ਨੇ ਜਾਂ ਰਿਟਰਨ ਆਫ ਕੰਟਰੀਬਿਊਸ਼ਨਸ ਹੈਗੀਆਂ ਨੇ ਉਹ ਸਾਡੇ ਆਫਟਰ ਟੈਕਸ ਡਾਲਰ ਦੇ ਵਿੱਚੋਂ ਕੰਟਰੀਬਿਊਟ ਕੀਤੀ ਹੋਈ ਰਕਮ ਚੋਂ ਹੀ ਮਿਲਦੀਆਂ ਨੇ ਤੇ ਉਹ ਟੈਕਸ ਫ੍ਰੀ ਹੁੰਦੀਆਂ ਨੇ। ਇਸ ਦਾ ਮਤਲਬ ਕੀ ਹੋਇਆ ਕਿ ਜਿਸ ਰਕਮ ਦੇ ਉੱਤੇ ਟੈਕਸ ਲੱਗਣਾ ਹੀ ਨਹੀਂ ਉਸ ਨੂੰ ਕਦੇ ਵੀ ਕਢਵਾਇਆ ਜਾ ਸਕਦਾ ਹੈ, ਉਸ ਉੱਤੇ ਕਦੇ ਵੀ ਟੈਕਸ ਨਹੀਂ ਲੱਗੇਗਾ। ਸੋ ਆਪਣੀ ਕੰਟਰੀਬਿਊਸ਼ਨ ਦੇ ਵਿੱਚ ਪਹਿਲ ਦੇ ਆਧਾਰ ਤੇ ਰਕਮ ਕਢਵਾਉਣਾ ਕੋਈ ਜ਼ਿਆਦਾ ਲਾਹੇਵੰਦ ਨਹੀਂ ਹੋ ਸਕਦਾ। ਤੇ ਹੁਣ ਸਮਾਂ ਆਉਂਦਾ ਹੈ ਗਵਰਨਮੈਂਟਸ ਵੱਲੋਂ ਮਿਲੀਆਂ ਗ੍ਰਾਂਟਸ ਤੇ ਬੌਂਡਸ ਨੂੰ ਕਢਵਾਉਣ ਦਾ, ਤੇ ਕਈ ਪ੍ਰੋਵਿੰਸਸ ਦੇ ਵਿੱਚ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਵੀ ਹੁੰਦੇ ਨੇ RESP ਦੇ ਵਿੱਚ ਕੰਟਰੀਬਿਊਸ਼ਨ ਦੇ। ਹੁਣ ਇੱਕ ਤਰ੍ਹਾਂ ਦੀ ਫ੍ਰੀ ਮਨੀ ਹੈ, ਗਵਰਨਮੈਂਟ ਫ੍ਰੀ ਮਨੀ ਦਿੰਦੀ ਹੈ ਇਹ ਇਨਕਰੇਜ ਕਰਨ ਲਈ ਤਾਂ ਕਿ ਤੁਸੀਂ RESP ਪ੍ਰੋਗਰਾਮ ਵਿੱਚ ਸ਼ਾਮਿਲ ਹੋ ਤਾਂ ਆਪਣੇ ਬੱਚੇ ਲਈ ਸੇਵ ਕਰੋ। ਜਦ ਤੱਕ ਇਹ ਰਕਮ RESP ਦੇ ਵਿੱਚ ਇਨਵੈਸਟਡ ਰਹਿੰਦੀ ਹੈ ਤਾਂ ਇਸ ਦਾ ਟੈਕਸ ਡਿਫਰ ਸਟੇਟਸ ਬਣਿਆ ਰਹਿੰਦਾ ਹੈ, ਯਾਨੀ ਕਿ ਇਸ ਉੱਤੇ ਟੈਕਸ ਨਹੀਂ ਪੈਂਦਾ। ਪਰ ਹੁਣ ਸਮਾਂ ਹੈ ਜਦੋਂ RESP ਦਾ ਵਿਡਰਾਅ ਕਰਾਉਣਾ ਹੈ। ਹੁਣ ਇਸ ਸਮੇਂ ਇਹ ਸਾਡੀ ਕੰਟਰੀਬਿਊਸ਼ਨ ਨਾਲ ਮਿਲ ਕੇ ਗਵਰਨਮੈਂਟ ਦੀ ਗ੍ਰਾਂਟਸ ਐਂਡ ਬੌਂਡਸ EAP ਯਾਨੀ ਕਿ ਐਜੂਕੇਸ਼ਨ ਅਸਿਸਟੈਂਸ ਪੇਮੈਂਟਸ ਬਣ ਜਾਂਦੀਆਂ ਨੇ, ਤੇ ਜਦੋਂ ਵੀ ਇਸ 'ਚੋਂ ਰਕਮ ਕਢਵਾਈ ਜਾਂਦੀ ਹੈ ਇਸ 'ਤੇ ਟੈਕਸ ਪੈਣਾ ਸ਼ੁਰੂ ਹੋ ਜਾਂਦਾ ਹੈ। ਹੁਣ ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਬੈਨੀਫਿਸ਼ਰੀ ਅਜੇ ਉਸਨੇ ਆਪਣੀ ਐਜੂਕੇਸ਼ਨ ਸ਼ੁਰੂ ਕੀਤੀ ਹੁੰਦੀ ਹੈ ਤਾਂ ਬਹੁਤ ਸਾਰੇ ਕੇਸਿਸ ਦੇ ਵਿੱਚ ਬੈਨੀਫਿਸ਼ਰੀ ਦੀ ਇਨਕਮ
ਨਾ ਦੇ ਬਰਾਬਰ ਹੀ ਹੁੰਦੀ ਹੈ, ਇਹ ਬਹੁਤ ਘੱਟ ਹੁੰਦੀ ਹੈ। ਤੇ ਇਸ ਕਰਕੇ ਜਦੋਂ ਵੀ ਅਸੀਂ ਇਸ ਗਵਰਨਮੈਂਟ ਗ੍ਰਾਂਟਸ ਦੇ ਵਿੱਚੋਂ ਅਸੀਂ ਰਕਮ ਕਢਵਾਉਂਦੇ ਹਾਂ, ਜਿਹੜੀ ਕਿ ਕੁਆਲੀਫਾਈਡ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਪਹਿਲੇ 13 ਹਫ਼ਤੇ ਦੀ ਐਜੂਕੇਸ਼ਨ ਲਈ ਆਪਾਂ ਵੱਧ ਤੋਂ ਵੱਧ $5,000 ਹੀ ਕਢਵਾ ਸਕਦੇ ਹਾਂ। ਤੇ ਇਸ ਸੂਰਤ ਦੇ ਵਿੱਚ ਇਸ ਰਕਮ ਦੇ ਨਾਲ ਬੈਨੀਫੀਸ਼ੀਅਰੀ ਨੂੰ ਬਹੁਤਾ ਟੈਕਸ ਨਹੀਂ ਦੇਣਾ ਪੈਂਦਾ, ਕਿਉਂਕਿ ਹੋ ਸਕਦਾ ਹੈ ਕਿ ਉਸਦੀ ਕੁੱਲ ਆਮਦਨ 5,000 ਜਾਂ 6,000 ਸਾਲਾਨਾ ਹੀ ਹੋਵੇ, ਜਿਹੜੀ ਕਿ ਉਹਨੇ RESP ਤੋਂ ਲਈ ਹੈ। ਸੋ ਇਸ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਕਿ ਅਸੀਂ RESP ਵਿੱਚੋਂ ਵਿਡਰਾਅ ਕਰਵਾਉਣਾ ਹੈ ਤਾਂ ਸਾਨੂੰ ਆਪਣੇ EIP ਦਾ ਜਿਹੜਾ ਹਿੱਸਾ ਹੈ ਉਹਦੇ ਵਿੱਚ ਗਵਰਨਮੈਂਟ ਗ੍ਰਾਂਟਸ ਦੇ ਫੰਡਸ ਵਿੱਚੋਂ ਲੈਣਾ ਜ਼ਿਆਦਾ ਫਾਇਦੇਮੰਦ ਰਹੇਗਾ। ਜਦੋਂ RESP ਵਿੱਚੋਂ ਵਿਡਰਾਅ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਤੁਹਾਨੂੰ ਇੱਕ ਚੁਆਇਸ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਇਹ ਰਕਮ ਦੀ ਵਿਡਰਾਅਲ ਕਿਸ ਫੰਡ 'ਚੋਂ ਕਰਵਾਉਣੀ ਹੈ, ਆਪਣੀ ਕੰਟਰੀਬਿਊਸ਼ਨ ਦੇ ਵਿੱਚੋਂ, ਗਵਰਨਮੈਂਟਸ ਵੱਲੋਂ ਮਿਲੀਆਂ ਗ੍ਰਾਂਟਸ ਤੇ ਬੌਂਡਸ ਦੇ ਵਿੱਚੋਂ, ਜਾਂ ਫਿਰ ਉਸ ਉੱਤੇ ਹੋਈ ਗਰੋਥ ਵਿੱਚੋਂ। ਹੁਣ ਤੁਹਾਡੀ ਕੰਟਰੀਬਿਊਸ਼ਨ ਜਿਵੇਂ ਕਿ ਜ਼ਿਕਰ ਕੀਤਾ ਹੈ ਆਫਟਰ ਟੈਕਸ ਡਾਲਰ ਹੈ, ਟੈਕਸ ਨਹੀਂ ਲੱਗੇਗਾ। EAP ਦੇ ਵਿੱਚ ਦੂਸਰਾ ਹਿੱਸਾ ਗਵਰਨਮੈਂਟ ਦੀ ਗ੍ਰਾਂਟਸ ਐਂਡ ਬੌਂਡਸ ਦਾ ਹੈ, ਤੁਸੀਂ ਕਢਵਾਉਂਦੇ ਹੋ ਤਾਂ ਤੁਹਾਨੂੰ ਉਸੇ ਟੈਕਸ ਦੇਣਾ ਪੈ ਸਕਦਾ ਹੈ। ਪਰ ਇਹਨਾਂ ਦੋਨਾਂ ਤੋਂ ਬਾਅਦ ਅਗਰ ਕੋਈ ਬਚਦੀ ਹੋਈ ਰਕਮ ਯਾਨੀ ਕਿ ਜਿਸ ਨੂੰ ਅਸੀਂ ਗਰੋਥ ਕਹਿੰਦੇ ਹਾਂ, ਜਦੋਂ ਵੀ ਅਸੀਂ ਗਰੋਥ ਨੂੰ ਕਢਵਾਵਾਂਗੇ ਤਾਂ ਸਾਨੂੰ ਉਸੇ ਟੈਕਸ ਦੇਣਾ ਪਵੇਗਾ। ਜਦ ਤੱਕ ਤਾਂ ਇਹ ਗਰੋਥ RESP ਦੇ ਵਿੱਚ ਇਨਵੈਸਟਡ ਰਹਿੰਦੀ ਹੈ ਤਾਂ ਇਸ ਉੱਤੇ ਕੋਈ ਟੈਕਸ ਨਹੀਂ ਲੱਗਦਾ, ਯਾਨੀ ਕਿ ਇਸ ਦੀ ਗਰੋਥ ਟੈਕਸ ਡੈਫਰਡ ਹੁੰਦੀ ਹੈ। ਲੇਕਿਨ ਜਦੋਂ ਵੀ ਅਸੀਂ RESP ਦੇ ਲਈ ਇਸ ਰਕਮ ਨੂੰ ਕਢਵਾਵਾਂਗੇ ਯਾਨੀ ਕਿ ਗਰੋਥ ਨੂੰ ਕਢਵਾਵਾਂਗੇ ਤਾਂ ਸਾਨੂੰ ਇਸ 'ਤੇ ਟੈਕਸ ਦੇਣਾ ਪਵੇਗਾ ਜਾਂ ਪੈ ਸਕਦਾ ਹੈ। ਇਸ ਲਈ ਹਮੇਸ਼ਾ ਰਿਕਮੈਂਡ ਕੀਤਾ ਜਾਂਦਾ ਹੈ ਕਿ ਪੋਸਟ ਸੈਕੰਡਰੀ ਐਜੂਕੇਸ਼ਨ ਦੇ ਪਹਿਲੇ ਸਾਲਾਂ ਦੇ ਵਿੱਚ ਇਸ ਗਰੋਥ ਵਿੱਚੋਂ ਵੱਧ ਤੋਂ ਵੱਧ ਰਕਮ ਕਢਵਾ ਲੈਣੀ ਚਾਹੀਦੀ ਹੈ, ਜਿਹੜੀ ਕਿ ਇਸ ਲਿਮਿਟ ਦੇ ਅਵੇਲੇਬਲ ਲਿਮਿਟ ਦੇ ਵਿਚਕਾਰ ਹੋਵੇ, ਤਾਂ ਕਿ ਜਦੋਂ ਬੈਨੀਫੀਸ਼ੀਅਰੀ ਦੀ ਆਮਦਨ ਪਹਿਲੇ ਸਾਲਾਂ 'ਚ ਘੱਟ ਹੈ ਤਾਂ ਉਸ ਦੇ ਉੱਤੇ ਟੈਕਸ ਦੀ ਇੰਪਲੀਕੇਸ਼ਨ ਵੀ ਘੱਟ ਹੀ ਲੱਗੇ। ਚਲੋ ਮੰਨ ਲੈਂਦੇ ਹਾਂ ਕਿ ਬੈਨੀਫੀਸ਼ੀਅਰੀ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ, ਪਰ ਇਸ ਦੇ ਬਾਵਜੂਦ ਵੀ RESP ਦੇ ਵਿੱਚ ਕੁਝ ਰਕਮ ਬਚੀ ਰਹਿ ਗਈ, ਜਾਂ ਫਿਰ ਬੈਨੀਫੀਸ਼ੀਅਰੀ ਨੇ ਪੜ੍ਹਾਈ ਕੀਤੀ ਹੀ ਨਹੀਂ ਤੇ RESP ਦੇ ਵਿੱਚ ਬਹੁਤ ਜ਼ਿਆਦਾ ਵੱਡੀ ਰਕਮ ਬਚੀ ਰਹਿ ਗਈ। ਹੁਣ ਇਸ ਦੇ ਵਿੱਚ ਜਿਹੜੀ ਰਿਟਰਨ ਆਫ ਕੰਟਰੀਬਿਊਸ਼ਨ ਹੈ, ਯਾਨੀ ਕਿ ਉਹ ਕੰਟਰੀਬਿਊਸ਼ਨ ਜਿਹੜੀ ਤੁਸੀਂ ਆਫਟਰ ਟੈਕਸ ਡਾਲਰ ਦੇ ਵਿੱਚੋਂ ਕੀਤੀ ਸੀ ਉਹ ਤੁਸੀਂ ਕਢਵਾ ਲਈ ਬਿਨਾਂ ਟੈਕਸ ਦਿੱਤਿਆਂ। ਇਸ ਤੋਂ ਬਾਅਦ ਬਚਦੀ ਹੈ ਗਵਰਨਮੈਂਟਸ ਦੀਆਂ ਗ੍ਰਾਂਟਸ ਤੇ ਬੌਂਡਸ, ਉਹ ਤੁਹਾਨੂੰ ਵਾਪਸ ਕਰਨੀਆਂ ਪੈਣਗੀਆਂ ਗਵਰਨਮੈਂਟਸ ਨੂੰ। ਗ੍ਰਾਂਟਸ ਤੇ ਬੌਂਡਸ ਜਿਹੜੀਆਂ ਅਨਯੂਜ਼ਡ ਹੈਗੀਆਂ ਨੇ ਜਾਂ ਜਿਹੜੇ ਤੁਸੀਂ ਬਿਲਕੁਲ ਯੂਜ਼ ਵੀ ਨਹੀਂ ਕੀਤੀਆਂ। ਤੇ ਇਸ ਤੋਂ ਬਾਅਦ ਬਚਦਾ ਹੈ ਉਹ ਰਕਮ ਦਾ ਹਿੱਸਾ ਜਿਹੜਾ ਕਿ ਤੁਹਾਡੀ ਕੰਟਰੀਬਿਊਸ਼ਨ ਤੇ ਗਵਰਨਮੈਂਟ ਦੀ ਗ੍ਰਾਂਟਸ ਐਂਡ ਬੌਂਡਸ ਦੇ ਉੱਤੇ ਹੋਈ ਗਰੋਥ ਸੀ। ਹੁਣ ਇਸ ਗਰੋਥ ਨੂੰ ਕਢਵਾਉਣ ਵੇਲੇ ਕਿਹੜੇ ਰੂਲਸ ਅਪਲਾਈ ਹੁੰਦੇ ਨੇ ਜਾਂ ਕੀ ਟੈਕਸ ਲੱਗਦਾ ਹੈ, ਇਹਦੇ ਬਾਰੇ ਅਸੀਂ ਜ਼ਿਕਰ ਕਰਾਂਗੇ ਹੁਣ ਅੱਗੇ। ਹੁਣ ਇਸ ਬਚੀ ਹੋਈ ਰਕਮ ਯਾਨੀ ਕਿ ਉਸ ਗਰੋਥ ਨੂੰ ਅਸੀਂ AIP ਯਾਨੀ ਕਿ ਅਕਿਊਮੂਲੇਟਿਡ ਇਨਕਮ ਪੇਮੈਂਟਸ ਕਹਿੰਦੇ ਹਾਂ। ਹੁਣ ਇਸ AIP ਦੇ ਉੱਤੇ ਜਦੋਂ ਵੀ ਵਿਡਰਾਅਲ ਕੀਤਾ ਜਾਵੇਗਾ ਤਾਂ ਇਸ ਉੱਤੇ ਟੈਕਸ ਲੱਗੇਗਾ, ਪਰ ਜੇਕਰ ਇਸ ਦਾ ਵਿਡਰਾਅਲ ਬੈਨੀਫੀਸ਼ੀਅਰੀ ਆਪਣੀ ਪੜ੍ਹਾਈ ਲਈ ਕਰਦਾ ਹੈ ਤਾਂ ਉਹਦਾ ਟੈਕਸ ਰੈਗੂਲਰ ਉਸ ਦੀ ਇਨਕਮ ਦੇ ਉੱਤੇ ਲੱਗੇਗਾ। ਪਰ ਜੇਕਰ ਇਹ AIP EAP ਨਾ ਹੋ ਕੇ ਉਸ ਤੋਂ ਬਾਅਦ ਬਚਿਆ ਹੋਇਆ ਪੈਸਾ ਹੈ, ਬਚੀ ਹੋਈ ਰਕਮ ਹੈ, ਤਾਂ ਫਿਰ ਇਹ ਸਿਰਫ ਤੇ ਸਿਰਫ ਸਬਸਕ੍ਰਾਈਬਰ ਨੂੰ ਹੀ ਮਿਲ ਸਕੇਗੀ। ਤੇ ਜੇਕਰ ਇਹ ਜੁਆਇੰਟ RESP ਹੈ ਤਾਂ ਫਿਰ ਇਹ ਦੋਨੋਂ ਸਬਸਕ੍ਰਾਈਬਰਸ ਨੂੰ ਮਿਲੇਗੀ ਤੇ ਉਹਨਾਂ ਦੀ ਇਨਕਮ ਦੇ ਵਿੱਚ ਸ਼ਾਮਿਲ ਹੋਵੇਗੀ। ਹੁਣ ਇਹਦਾ ਇੱਕ ਫੰਡਾ ਬਹੁਤ ਇੰਪੋਰਟੈਂਟ ਸਮਝਣ ਵਾਲਾ ਹੈ ਕਿ ਜਿਸ ਸਾਲ ਤੁਸੀਂ ਇਸ AIP ਨੂੰ ਯਾਨੀ ਕਿ ਅਕਿਊਮੂਲੇਟਿਡ ਇਨਕਮ ਪੇਮੈਂਟਸ ਨੂੰ ਵਿਡਰਾਅ ਕਰਦੇ ਹੋ, ਇਹ AIP ਉਸ ਸਾਲ ਤੁਹਾਡੀ ਆਮਦਨ ਦੇ ਵਿੱਚ ਜੁੜ ਜਾਵੇਗੀ ਤੇ ਤੁਹਾਨੂੰ ਉਸ ਦੇ ਉੱਤੇ ਵਧਿਆ ਹੋਇਆ ਟੈਕਸ ਦੇਣਾ ਪਵੇਗਾ। ਔਰ ਇਸ ਦੇ ਨਾਲ ਹੀ ਇਸ AIP ਦੇ ਉੱਤੇ 20% ਪੈਨਲਟੀ ਲੱਗੇਗੀ, ਯਾਨੀ ਕਿ ਜੇਕਰ ਮੰਨ ਲਓ ਤੁਸੀਂ 50% ਇਨਕਮ ਟੈਕਸ ਸਲੈਬ ਦੇ ਵਿੱਚ ਆਉਂਦੇ ਹੋ ਤਾਂ ਉਸ ਸਾਲ ਤੁਹਾਨੂੰ ਆਪਣੀ ਆਮਦਨ ਦੇ ਉੱਤੇ 20% ਪੈਨਲਟੀ ਯਾਨੀ ਕਿ AIP ਜਿਹੜੀ ਹੈਗੀ ਹੈ ਇਸ ਦੇ ਉੱਤੇ ਐਕਸਟਰਾ 20% ਹੋਰ ਟੈਕਸ ਦੇਣਾ ਪਵੇਗਾ। ਯਾਨੀ ਕਿ ਇਸ AIP ਦੇ ਉੱਤੇ ਹੁਣ ਤੁਸੀਂ ਆਪ ਹਿਸਾਬ ਲਗਾ ਲਓ ਕਿ 70% ਤੱਕ ਟੈਕਸ ਤੁਹਾਨੂੰ ਦੇਣਾ ਪੈ ਸਕਦਾ ਹੈ। ਤਾਂ ਕੀ ਇਸ AIP ਦੇ ਉੱਤੇ ਟੈਕਸ ਦੇਣ ਤੋਂ ਬਚਿਆ ਜਾ ਸਕਦਾ ਹੈ? ਜੀ ਹਾਂ, ਇਸ AIP ਦੇ ਉੱਤੇ ਟੈਕਸ ਦੇਣ ਤੋਂ ਬਚਿਆ ਜਾ ਸਕਦਾ ਹੈ। ਇੱਕ ਫੰਡਾ ਹੈ, ਅਸੀਂ ਡਿਸਕਸ ਕਰਾਂਗੇ ਹੁਣ ਅੱਗੇ। ਤੇ ਜੇਕਰ ਤੁਸੀਂ ਹੁਣ ਤੱਕ ਸਾਡਾ ਇਹ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤਾਂ ਕਿ ਇਹ ਜਾਣਕਾਰੀ ਹਰ ਸੋਮਵਾਰ ਤੁਹਾਨੂੰ ਮਿਲਦੀ ਰਹੇ, ਕੋਈ ਨਵਾਂ ਫੰਡਾ ਤੇ ਕੋਈ ਨਵੀਂ ਜਾਣਕਾਰੀ ਇੰਸ਼ੋਰੈਂਸ ਤੇ ਇਨਵੈਸਟਮੈਂਟਸ ਦੇ ਬਾਰੇ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਕਿ AIP ਦੇ ਉੱਤੇ ਲੱਗਣ ਵਾਲਾ ਟੈਕਸ ਕਿਵੇਂ ਅਵੋਇਡ ਕੀਤਾ ਜਾ ਸਕਦਾ ਹੈ। ਹੁਣ ਆਪਣੇ ਰੈਗੂਲਰ ਇਨਕਮ ਟੈਕਸ ਸਲੈਬ ਦੇ ਉੱਤੇ 20% ਪੈਨਲਟੀ ਕੌਣ ਦੇਣਾ ਚਾਹੇਗਾ? ਤੇ ਫਿਰ ਕੀ ਇਸ AIP ਯਾਨੀ ਕਿ ਅਕਿਊਮੂਲੇਟਿਡ ਇਨਕਮ ਪੇਮੈਂਟ ਦੇ ਉੱਤੇ ਲੱਗਣ ਵਾਲੇ ਟੈਕਸ ਤੋਂ ਬਚਣ ਦਾ ਕੋਈ ਤਰੀਕਾ ਹੈ? ਜੀ ਹਾਂ, ਉਹ ਹੈ RRSP ਦਾ ਰੋਲ ਓਵਰ। ਯਾਨੀ ਕਿ ਅਗਰ ਅਸੀਂ ਆਪਣੇ AIP ਦੇ ਵਿਚਲੀ ਬਚੀ ਹੋਈ ਰਕਮ ਨੂੰ ਆਪਣੇ
RRSP ਦੇ ਵਿੱਚ ਰੋਲ ਓਵਰ ਕਰ ਦਿੰਦੇ ਹਾਂ ਤਾਂ ਅਸੀਂ ਇਸ ਟੈਕਸ ਜਾਂ ਪੈਨਲਟੀ ਦੇਣ ਤੋਂ ਬਚ ਸਕਦੇ ਹਾਂ। ਪਰ ਸ਼ਰਤਾਂ ਕੀ ਨੇ ਕਿ ਸਾਡੇ ਜਿਸ ਸਾਲ AIP ਦਾ ਇਹ ਰੋਲ ਓਵਰ ਹੋਵੇ ਉਸ ਸਾਲ ਸਾਡੀ RRSP ਦੇ ਵਿੱਚ ਕੰਟਰੀਬਿਊਸ਼ਨ ਰੂਮ ਹੋਣਾ ਚਾਹੀਦਾ ਹੈ ਤੇ ਅਸੀਂ ਇਹ ਰੋਲ ਓਵਰ ਆਪਣੀ ਸਪਾਊਸ ਦੀ RRSP ਦੇ ਵਿੱਚ ਵੀ ਕਰ ਸਕਦੇ ਹਾਂ। ਇੱਕ ਤਰੀਕਾ ਹੈ ਇਸ ਪੈਨਲਟੀ ਤੋਂ ਬਚਣ ਦਾ। ਪਰ ਜੇਕਰ ਹੁਣ ਸਾਡੇ RRSP ਦੇ ਵਿੱਚ ਵੀ ਕੰਟਰੀਬਿਊਸ਼ਨ ਰੂਮ ਮੌਜੂਦ ਨਹੀਂ ਹੈ ਤਾਂ ਫਿਰ ਇੱਕ ਹੋਰ ਤਰੀਕਾ ਹੈ ਕਿ ਫਿਰ ਬੈਨੀਫੀਸ਼ੀਅਰੀ ਨੂੰ ਦੁਬਾਰਾ ਕੋਈ ਨਾ ਕੋਈ ਪੋਸਟ ਸੈਕੰਡਰੀ ਐਜੂਕੇਸ਼ਨ ਪ੍ਰੋਗਰਾਮ ਜੁਆਇਨ ਕਰਨਾ ਪਵੇਗਾ ਤਾਂ ਕਿ ਉਹ ਇਸ AIP ਨੂੰ EAP ਦੇ ਰੂਪ ਦੇ ਵਿੱਚ ਲੈ ਸਕੇ। ਇਨਵੈਸਟਮੈਂਟ ਕੋਈ ਵੀ ਹੋਵੇ, ਚਾਹੇ RESP, TFSA ਜਾਂ RRSP, ਉਸ ਦੇ ਬਾਰੇ ਅੱਛੀ ਜਾਣਕਾਰੀ ਤੁਹਾਡੀ ਇਨਵੈਸਟਮੈਂਟਸ ਨੂੰ ਬਹੁਤ ਅੱਛੇ ਤਰੀਕੇ ਨਾਲ ਸਿਰਫ ਗਰੋ ਹੀ ਨਹੀਂ ਕਰ ਸਕਦੀ ਬਲਕਿ ਤੁਸੀਂ ਬਹੁਤ ਟੈਕਸ ਐਫੀਸ਼ੀਐਂਟਲੀ ਉਸ ਇਨਵੈਸਟਮੈਂਟ ਨੂੰ ਚਲਾ ਸਕਦੇ ਹੋ। ਇਸ ਲਈ ਹਮੇਸ਼ਾ ਰეკਮੈਂਡ ਕੀਤਾ ਜਾਂਦਾ ਹੈਗਾ ਕਿ ਜੇਕਰ ਤੁਸੀਂ ਕਿਸੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਮਿਲ ਕੇ ਆਪਣੀ ਇਨਵੈਸਟਮੈਂਟ ਪਲੈਨਿੰਗ ਕਰਦੇ ਹੋ ਤਾਂ ਤੁਸੀਂ ਆਪਣੇ ਗੋਲਸ ਦੇ ਉੱਤੇ ਬਹੁਤ ਜਲਦੀ ਔਰ ਬਹੁਤ ਵਧੀਆ ਤਰੀਕੇ ਨਾਲ ਪਹੁੰਚ ਸਕਦੇ ਹੋ। ਤੇ ਫਰੈਂਡਸ, ਤੁਹਾਨੂੰ ਇਸ ਚੈਨਲ ਨੂੰ ਸਪੋਰਟ ਕਰਨ ਦੀ ਇੱਕ ਵਾਰ ਫਿਰ ਅਪੀਲ ਹੈ ਤਾਂ ਕਿ ਅਸੀਂ ਆਪਣਾ ਇਹ ਮੈਸੇਜ ਹਰ ਉਸ ਘਰ ਤੱਕ ਪਹੁੰਚਾ ਸਕੀਏ ਆਪਣੀ ਲੈਂਗੁਏਜ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ, ਤਾਂ ਕਿ ਕੈਨੇਡਾ ਦੇ ਵਿੱਚ ਇੰਸ਼ੋਰੈਂਸ ਤੇ ਇਨਵੈਸਟਮੈਂਟਸ ਨਾਲ ਰਿਲੇਟਡ ਕਨਸੈਪਟਸ ਨੂੰ ਜਾਂ ਫੰਡਿਆਂ ਨੂੰ ਬਰੀਕੀ ਨਾਲ ਸਮਝਿਆ ਜਾ ਸਕੇ ਤਾਂ ਕਿ ਅਸੀਂ ਆਪਣੇ ਭਵਿੱਖ ਨੂੰ ਸਹੀ ਤਰੀਕੇ ਨਾਲ ਪਲਾਨ ਕਰ ਸਕੀਏ। ਨਹੀਂ ਤਾਂ ਅਜਿਹਾ ਸਮਾਂ ਜਦੋਂ ਕਿ ਸਾਨੂੰ ਇਸ ਰਕਮ ਦੀ, ਇਸ ਸੇਵਿੰਗ ਦੀ, ਇਸ ਇਨਵੈਸਟਮੈਂਟ ਦੀ ਬਹੁਤ ਜ਼ਿਆਦਾ ਲੋੜ ਹੋਵੇ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਅਸੀਂ ਬਿਨਾਂ ਜਾਣਕਾਰੀ ਦੇ ਆਪਣੀਆਂ ਇਨਵੈਸਟਮੈਂਟਸ, ਆਪਣੀ ਮਿਹਨਤ ਦੀ ਕਮਾਈ ਨੂੰ ਗੁਆ ਚੁੱਕੇ ਹੋਈਏ। ਸਾਨੂੰ ਲੋੜ ਹੈ ਤੁਹਾਡੀ ਸਪੋਰਟ ਦੀ। ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਕੇ ਸਾਨੂੰ ਸਪੋਰਟ ਕਰੋ ਤਾਂ ਕਿ ਹਰ ਸੋਮਵਾਰ ਅਸੀਂ ਤੁਹਾਡੇ ਲਈ ਲੈ ਕੇ ਆਈਏ ਕੋਈ ਨਵੀਂ ਜਾਣਕਾਰੀ, ਕੋਈ ਨਵਾਂ ਫੰਡਾ, ਇੰਸ਼ੋਰੈਂਸ ਤੇ ਇਨਵੈਸਟਮੈਂਟਸ ਬਾਰੇ। ਤੇ ਜੇਕਰ ਹੁਣ ਤੱਕ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਸਾਡੇ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ। ਨਹੀਂ ਤਾਂ ਫਿਰ every Monday you will miss Sing the Funday।